ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਦੇ ਵਾਰਤਕ ਭਾਗ ਵਿੱਚੋਂ ਈਸ਼ਵਰ ਚੰਦਰ ਨੰਦਾ ਜੀ ਦੀ ਇਕਾਂਗੀ, ਜਿਸ ਦਾ ਨਾਮ ਹੈ ਮੌਨਧਾਰੀ, ਉਸ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲੇ ਕਿ ਅਸੀਂ ਮੌਨਧਾਰੀ ਇਕਾਂਗੀ ਬਾਰੇ ਪੜ੍ਹੀਏ, ਅਸੀਂ ਈਸ਼ਵਰ ਚੰਦਰ ਨੰਦਾ ਬਾਰੇ ਪੜ੍ਹਦੇ ਹਾਂ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦਾ ਜਨਮ 30 ਸਤੰਬਰ 1892 ਈਸਵੀ ਨੂੰ ਪਿੰਡ ਗਾਂਧੀਆ ਪਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼੍ਰੀ ਦੀਵਾਨ ਭਾਗਮਲ ਨੰਦਾ ਅਤੇ ਮਾਤਾ ਸ਼੍ਰੀਮਤੀ ਆਤਮਾ ਦੇਵੀ ਦੇ ਘਰ ਹੋਇਆ। ਉਹਨਾਂ ਨੇ MA ਅੰਗਰੇਜ਼ੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅਤੇ ਉਚੇਰੀ ਵਿੱਦਿਆ ਵਲਾਇਤ ਤੋਂ ਪ੍ਰਾਪਤ ਕੀਤੀ। ਆਪ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ ਅਤੇ ਰੋਹਤਕ ਵਿਖੇ ਬਤੌਰ ਪ੍ਰਿੰਸੀਪਲ ਰਹੇ। ਆਪ 1947 ਈਸਵੀ ਵਿੱਚ ਸੇਵਾ ਮੁਕਤ ਹੋਏ। ਨੰਦਾ ਦੀਆਂ ਪ੍ਰਮੁੱਖ ਰਚਨਾਵਾਂ ਵਰਕ ਘਰ, ਸ਼ਾਮੂ ਸ਼ਾਹ, ਸੋਸ਼ਲ ਸਰਕਲ, ਝਲਕਾਰੇ, ਲਿਸ਼ਕਾਰੇ, ਚਮਕਾਰੇ, ਸੁਭੱਦਰਾ, ਬੇਬੇਰਾਮ ਭਜਨੀ, ਮਾਂ ਦਾ ਡਿਪਟੀ, ਬੇਈਮਾਨ ਦੁਲਹਨ ਆਦਿ ਹਨ। 1913 ਈਸਵੀ ਵਿੱਚ ਸ਼੍ਰੀਮਤੀ ਨੋਰਾ ਰਿਚਰਡ ਵੱਲੋਂ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਆਯੋਜਿਤ ਖੇਤਰੀ ਭਾਸ਼ਾਵਾਂ ਦੇ ਨਾਟਕਾਂ ਦੀ ਪ੍ਰਤੀਯੋਗਤਾ ਵਿੱਚ ਨੰਦਾ ਦਾ ਲਿਖਿਆ ਦੁਲਹਨ ਨਾਟਕ ਪਹਿਲੇ ਸਥਾਨ 'ਤੇ ਰਿਹਾ। ਉਹਨਾਂ ਨੇ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੈਨਿਸ ਦਾ ਪੰਜਾਬੀ ਅਨੁਵਾਦ ਵੀ ਕੀਤਾ। ਤਾਂ ਇਹ ਰਚਨਾਵਾਂ ਨੰਦਾ ਦੁਆਰਾ ਲਿਖੀਆਂ ਗਈਆਂ ਸਨ। ਨੰਦਾ ਸਫਲ ਨਾਟਕਕਾਰ ਹੋਣ ਦੇ ਨਾਲ ਨਾਲ ਨਿਰਦੇਸ਼ਕ ਦੇ ਅਦਾਕਾਰ ਵਜੋਂ ਵੀ ਸਥਾਪਿਤ ਹੋਏ। ਉਹਨਾਂ ਦੇ ਨਾਟਕ ਇਕਾਂਗੀ ਸਟੇਜ 'ਤੇ ਪੂਰੀ ਸਫਲਤਾ ਨਾਲ ਖੇਡੇ ਜਾ ਸਕਦੇ ਹਨ। ਆਪ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਹੈ। ਭਾਵ ਸਭ ਤੋਂ ਪਹਿਲਾਂ ਜਦੋਂ ਨਾਟਕ ਬਣਾਏ ਸੀਗੇ, ਉਹ ਇਹਨਾਂ ਤੋਂ ਹੀ ਉਹਨਾਂ ਦੀ ਸ਼ੁਰੂਆਤ ਹੋਈ ਸੀ। ਹਥਲੀ ਪੁਸਤਕ ਵਿੱਚ ਆਈ ਸੀ ਨੰਦਾ ਦਾ ਇਕਾਂਗੀ ਮੌਨਧਾਰੀ ਸ਼ਾਮਲ ਕੀਤਾ ਗਿਆ ਹੈ। ਤਾਂ ਹੁਣ ਅਸੀਂ ਇਕਾਂਗੀ ਬਾਰੇ ਜਾਣਦੇ ਹਾਂ। ਇਸ ਬਾਰੇ ਕਿ ਇਸ ਵਿੱਚ ਕਿਹਦੇ ਬਾਰੇ ਗੱਲ ਕੀਤੀ ਗਈ ਹੈ, ਕਿਹੜੇ ਵਿਸ਼ੇ 'ਤੇ ਇਕਾਂਗੀ ਹੈ। ਮੌਨਧਾਰੀ ਨਾਂ ਤੋਂ ਅਸੀਂ ਵੇਖਦੇ ਹਾਂ ਕਿ ਮੌਨਧਾਰੀ ਭਾਵ ਚੁੱਪ, ਜਿਸ ਨੇ ਮੌਨ ਧਾਰ ਲਿਆ ਹੋਵੇ। ਇਕਾਂਗੀ ਵਿੱਚ ਈਸ਼ਵਰ ਚੰਦਰ ਨੰਦਾ ਨੇ ਤਤਕਾਲੀ ਸਮਾਜ ਦੀ ਯਥਾਰਥਕ ਪੇਸ਼ਕਾਰੀ ਹਲਕੇ ਫੁਲਕੇ ਅਤੇ ਰੋਚਕ ਅੰਦਾਜ਼ ਵਿੱਚ ਕੀਤੀ ਹੈ। ਤਤਕਾਲੀ ਭਾਵ ਅੱਜ ਦੇ ਜ਼ਮਾਨੇ ਦੀ ਇਹ ਗੱਲ ਕੀਤੀ ਗਈ ਹੈ। ਰਾਮ ਪਿਆਰੀ ਅਤੇ ਹਰੀ ਚੰਦਰ ਸਧਾਰਨ ਪਰਿਵਾਰ ਦੇ ਪਾਤਰ ਹਨ। ਉਹ ਸਮਾਜਿਕ ਰਿਸ਼ਤਿਆਂ ਨਾਤਿਆਂ ਨੂੰ ਬਿਨਾਂ ਕਿਸੇ ਛਲ ਕਪਟ ਤੋਂ ਪੇਸ਼ ਕਰਦੇ ਹਨ। ਰਾਮ ਪਿਆਰੀ ਦਾ ਭਤੀਜਾ ਮਦਨ ਕਿਸੇ ਗਬਨ ਕੇਸ ਵਿੱਚ ਭਗੌੜਾ ਹੈ ਅਤੇ ਉਸ ਦੇ ਘਰ ਸ਼ਰਨ ਲੈ ਲੈਂਦਾ ਹੈ। ਹਰੀ ਚੰਦ ਪਹਿਲਾਂ ਹੀ ਬਿਮਾਰੀਆਂ ਕਾਰਨ ਪਰੇਸ਼ਾਨ ਹੈ। ਉਹ ਮਦਨ ਨੂੰ ਘਰ ਪਨਾਹ ਦੇਣ ਨੂੰ ਇੱਕ ਹੋਰ ਮੁਸੀਬਤ ਸਹੇੜਨਾ ਸਮਝਦਾ ਹੈ। ਰਾਮ ਪਿਆਰੀ ਦਾ ਪੁੱਤਰ ਕਿਸ਼ੋਰ ਪੜ੍ਹਿਆ ਲਿਖਿਆ, ਚੇਤਨ ਅਤੇ ਸਰਕਾਰੀ ਮੁਲਾਜ਼ਮ ਹੈ। ਉਹ ਸਾਧਾਂ ਸੰਤਾਂ ਅਤੇ ਵਹਿਮਾਂ ਭਰਮਾਂ ਦੇ ਸਖਤ ਖਿਲਾਫ ਹੈ ਅਤੇ ਇਹਨਾਂ ਰਾਹੀਂ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਤੌਰ 'ਤੇ ਕੀਤੀ ਗਈ ਜਾਂਦੀ ਲੁੱਟ ਦਾ ਪਰਦਾਫਾਸ਼ ਕਰਨ ਲਈ ਯਤਨਸ਼ੀਲ ਹੈ। ਇਸ ਇਕਾਂਗੀ ਦੇ ਵਧੇਰੇ ਹਿੱਸੇ ਵਿੱਚ ਮੌਨਧਾਰੀ ਅਤੇ ਸਾਧੂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾਉਣ ਅਤੇ ਗੁੰਮਰਾਹ ਕਰ ਰਹੇ ਪ੍ਰਤੀਤ ਹੁੰਦੇ ਹਨ। ਅੰਤ ਵਿੱਚ ਸੱਚਾਈ ਸਪਸ਼ਟ ਹੁੰਦੀ ਹੈ। ਅਸਲ ਵਿੱਚ ਉਹ ਪੁਲਿਸ ਦੇ ਮੁਲਾਜ਼ਮ ਸਨ ਜੋ ਗਬਨਕਾਰੀ ਨੂੰ ਗ੍ਰਿਫਤਾਰ ਕਰਨ ਲਈ ਇਹ ਸਾਰਾ ਨਾਟਕ ਕਰਦੇ ਹਨ। ਇਸ ਪ੍ਰਕਾਰ ਇਸ ਇਕਾਂਗੀ ਵਿੱਚ ਵਹਿਮਾਂ ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦਾ ਕਿਰਦਾਰ ਅਤੇ ਪੁਲਿਸ ਦੀ ਬਿਹਤਰ ਕਾਰਗੁਜ਼ਾਰੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਤਾਂ ਹੁਣ ਅਸੀਂ ਇਸ ਵਿੱਚ ਕਿਸ ਬਾਰੇ ਅਤੇ ਕੀ ਕਹਾਣੀ ਘੜੀ ਗਈ ਹੈ, ਉਸ ਬਾਰੇ ਤਾਂ ਸਾਨੂੰ ਪੂਰਾ ਇਕਾਂਗੀ ਪੜ੍ਹਨ 'ਤੇ ਹੀ ਪਤਾ ਲੱਗੇਗਾ। ਤਾਂ ਆਓ ਅਸੀਂ ਪੜ੍ਹਦੇ ਹਾਂ। ਇੱਕ ਗੱਲ ਮੈਂ ਸਪਸ਼ਟ ਕਰਨੀ ਚਾਹੁੰਦੀ ਹਾਂ ਕਿ ਜੋ ਇਕਾਂਗੀ ਨੂੰ ਪੜ੍ਹਨ ਦੇ ਨਾਲ ਨਾਲ ਹੀ ਉਦੋਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਜਦੋਂ ਇਸ ਨੂੰ ਪਰਦੇ 'ਤੇ ਖੇਡਿਆ ਜਾਵੇ। ਭਾਵ ਤੁਸੀਂ ਖੁਦ ਆਪਣੇ ਇਹਨਾਂ ਕਿਰਦਾਰਾਂ ਦੇ ਵਿੱਚੋਂ ਆਪਣੇ ਕਿਰਦਾਰ ਚੁਣ ਲਓ ਅਤੇ ਪਰਦੇ 'ਤੇ ਪੂਰੀ ਕਹਾਣੀ ਲੋਕਾਂ ਦੇ ਸਾਹਮਣੇ ਪੇਸ਼ ਕਰੋ। ਮੌਨਧਾਰੀ ਅਤੇ ਪਹਿਲੇ ਅਸੀਂ ਇਸ ਦੇ ਪਾਤਰ ਵੇਖਦੇ ਹਾਂ ਕਿ ਕਿਹੜੇ ਕਿਹੜੇ ਪਾਤਰ ਹਨ, ਇਹਦੇ ਵਿੱਚ ਕਿਹੜੇ ਕਿਹੜੇ ਕਰੈਕਟਰ ਹਨ। ਪਾਤਰ ਭਾਵ ਕਰੈਕਟਰ। ਰਾਮ ਪਿਆਰੀ ਇੱਕ ਅਧਖੜ ਉਮਰ ਦੀ ਤੀਵੀਂ। ਹਰੀ ਚੰਦ ਰਾਮ ਪਿਆਰੀ ਦਾ ਘਰ ਵਾਲਾ, ਉਮਰ ਲਗਭਗ 60 ਸਾਲ, ਸਿਹਤ ਖਰਾਬ। ਮਦਨ ਲਾਲ 30-32 ਸਾਲ ਦਾ ਨੌਜਵਾਨ, ਰਾਮ ਪਿਆਰੀ ਦਾ ਭਣੇਵਾ ਭਾਵ ਉਸਦੀ ਭੈਣ ਦਾ ਬੇਟਾ, ਉਸਦਾ ਭਾਣਜਾ। ਸਾਧੂ ਉਮਰ 35-40 ਸਾਲ। ਮੌਨਧਾਰੀ ਉਮਰ ਲਗਭਗ 50। ਪਹਿਲੇ ਸਾਧੂ ਦਾ ਮੌਨਧਾਰੀ ਜੋਟੀਦਾਰ। ਕਿਸ਼ੋਰ ਚੰਦ ਹਰੀ ਚੰਦ ਦਾ ਲੜਕਾ, ਉਮਰ ਲਗਭਗ 30 ਸਾਲ, ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ। ਵਕਤ ਸ਼ਾਮ ਦੇ 5 ਵਜੇ। ਜ਼ਮਾਨਾ ਅੱਜ ਕੱਲ੍ਹ। ਸਥਾਨ ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ। ਸਟੇਜ ਪਰਦਾ ਉੱਠਦਾ ਹੈ। ਕੁਆਟਰ ਦਾ ਬਰਾਂਡਾ, ਬਰਾਂਡੇ ਦੇ ਅੱਗੇ 2 ਨੀਵੀਆਂ ਪੌੜੀਆਂ।
ਪੌੜੀਆਂ ਦੇ ਅੱਗੇ ਛੋਟਾ ਜਿਹਾ ਵਿਹੜਾ, ਵਿਹੜੇ ਦੇ ਖੱਬੇ ਪਾਸੇ ਬਾਹਰ ਆਉਣ ਜਾਣ ਦਾ ਰਸਤਾ, ਬਰਾਂਡੇ ਦੇ ਵਿਚਕਾਰ ਇੱਕ ਦਰਵਾਜ਼ਾ ਕਮਰੇ ਵਿੱਚ ਖੁੱਲ੍ਹਦਾ ਹੈ। ਦਰਵਾਜ਼ਾ ਅੱਧ ਖੁੱਲ੍ਹਾ ਪਿਆ ਹੈ। ਬਰਾਂਡੇ ਦੇ ਸੱਜੇ ਪਾਸੇ ਦੂਜੇ ਕਮਰੇ ਦਾ ਬੰਦ ਦਰਵਾਜ਼ਾ ਦਿਸਦਾ ਹੈ। ਬਰਾਂਡੇ ਦੇ ਸੱਜੇ ਖੱਬੇ ਸਿਰਿਆਂ ਉੱਤੇ 2 ਥੰਮ੍ਹ ਹਨ। ਬਰਾਂਡੇ ਵਿੱਚ ਇੱਕ ਚਾਰਪਾਈ ਪਈ ਹੈ। ਅੱਧ ਖੁੱਲ੍ਹੇ ਦਰਵਾਜ਼ੇ ਦੇ ਕੋਲ ਇੱਕ ਆਰਾਮ ਕੁਰਸੀ ਤੇ ਇੱਕ ਹੋਰ ਕੁਰਸੀ ਦਰਵਾਜ਼ੇ ਦੇ ਕੁਝ ਅੱਗੇ ਰਾਮ ਪਿਆਰੀ ਇੱਕ ਪਟੜੀ ਉੱਤੇ ਬੈਠੀ ਸਬਜ਼ੀ ਚੀਰ ਰਹੀ ਹੈ। ਚੀਰ ਭਾਵ ਕੱਟ ਰਹੀ ਹੈ। ਰਾਮ ਪਿਆਰੀ ਸਬਜ਼ੀ ਚੀਰਦੀ ਹੋਈ, ਖਾਏ ਕੋਈ ਕੀ, ਸਬਜ਼ੀਆਂ ਨੂੰ ਤਾਂ ਅੱਗ ਲੱਗੀ ਹੋਈ ਹੈ, ਭਾਵ ਸਬਜ਼ੀਆਂ ਬਹੁਤ ਮਹਿੰਗੀਆਂ ਹੋਈਆਂ ਪਈਆਂ ਨੇ। ਇੰਨੇ ਚਿਰ ਨੂੰ ਹਰੀਚੰਦ ਖੰਘਦਾ ਖੰਘਦਾ ਵਿਚਕਾਰਲੇ ਦਰਵਾਜ਼ੇ ਵਿੱਚੋਂ ਬਾਹਰ ਆਉਂਦਾ ਹੈ। ਇੱਕ ਹੱਥ ਵਿੱਚ ਦਵਾਈ ਦੀ ਸ਼ੀਸ਼ੀ, ਦੂਜੇ ਵਿੱਚ ਮੋਟੀ ਜਿਹੀ ਮੁੱਠ ਵਾਲੀ ਸੋਟੀ, ਸਿਰ 'ਤੇ ਸਾਫਾ ਭਾਵ ਇੱਕ ਕੱਪੜਾ ਬੰਨ੍ਹ ਰੱਖਿਆ ਹੈ, ਜਿਹਦਾ ਤੁਰਾ ਉੱਠਿਆ ਹੋਇਆ ਜਾਪਦਾ ਹੈ, ਭਾਵ ਉਹ ਥੋੜਾ ऊपर को उठा हुआ है, ਅਤੇ शमला पीछे लटकता है, तो उसका एक उसने पीछे बांध के उसका एक सिरा पीछे छोड़ा हुआ है। खुला पजामा, लम्मा कोट, पैरी गुरगाबी शक्ल दे स्लीपर, ठिब्बे ਜਿਹੇ ਪੁਰਾਣੇ। ਹਰੀਚੰਦ ਸਿੱਧਾ ਹੀ ਬਰਾਂਡੇ ਦੀਆਂ ਪੌੜੀਆਂ ਉਤਰ ਕੇ ਬਾਹਰ ਨੂੰ ਜਾਣ ਲੱਗਦਾ ਹੈ। ਜਦੋਂ ਉਹ ਦਰਵਾਜ਼ੇ ਦੇ ਕੋਲ ਪੁੱਜਦਾ ਹੈ, ਰਾਮ ਪਿਆਰੀ ਉਸਨੂੰ ਬੁਲਾਉਂਦੀ ਹੈ। ਰਾਮ ਪਿਆਰੀ, ਕਿੱਥੇ ਚੱਲੇ ਹੋ? हरिचंद सिर पुआ के ते खिंच के, टट्ठे खूच, मतलब वो गुस्से हो के बोलते हैं कि मैं जा रहा हूँ टट्ठे खूच भाव खूच। राम प्यारी, हाय हाय सुख दी बोली बोलो, की हो गया जे मत नू भाव की हो गया थोड़ी बुद्धि नू। हरीचंद, तुहानू किन्नी बार कहा है कि जांदियां नू पिछों आवाज़ ना मारिया कर। राम प्यारी, ते की हो गया फिर, कित्थे चले हो? हरीचंद हथ वाली शीशी विखा के, वेखदी नहीं डॉक्टर वाल। राम प्यारी, छेती मुड़ना भला। हरीचंद, ते होर मैं उत्थे शतरंज दी बाजी लाउण चलिया हाँ। ਉਹ ਜਾਂਦਾ ਜਾਂਦਾ ਦਰਵਾਜ਼ੇ ਨੂੰ ਅੱਧਾ ਖੁੱਲ੍ਹਾ ਛੱਡ ਜਾਂਦਾ। ਰਾਮ ਪਿਆਰੀ, ਇੱਕ ਤਾਂ ਡਾਕਟਰ ਸਾਡੀ ਬੁੱਧ ਮਾਰ ਛੱਡੀ ਏ, ਰੋਜ਼ ਦਵਾਈਆਂ, ਨਾ ਬਿਮਾਰੀ ਜਾਂਦੀ ਏ ਨਾ ਦਵਾਈਆਂ ਮੁੱਕਦੀਆਂ ਨੇ, ਸਾਹ ਭਰ ਕੇ ਹੈ ਰਾਮ। ਇਸ ਵੇਲੇ ਦਰਵਾਜ਼ੇ ਵਿੱਚੋਂ ਆਵਾਜ਼ ਆਉਂਦੀ ਹੈ, ਆਵਾਜ਼ ਬੀਬੀ ਦੀ। 14 ਨੰਬਰ ਕੁਆਟਰ ਇਹੋ ਹੀ ਹੈ। ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਜਾਂਦੀ ਹੈ। ਇਹੋ ਹੀ ਹੈ ਕਿਉਂ, ਕੀ ਏ? ਇੱਕ ਛੋਕਰਾ ਆਪਣੇ ਸਿਰ 'ਤੇ ਇੱਕ ਨਿੱਕੀ ਜਿਹੀ ਟਰੰਕੀ ਉਤਾਰ ਕੇ ਬਰਾਂਡੇ ਵਿੱਚ ਰੱਖ ਦਿੰਦਾ ਹੈ। ਰਾਮ ਪਿਆਰੀ, ਇਹ ਕਿਹਦਾ ਹੈ? ਕੁੱਲੀ ਬਿਨਾਂ ਕੁਝ ਦੱਸਿਆ ਬਾਹਰ ਨੂੰ ਜਾਂਦਾ ਹੈ। ਵੇ ਹੋਰ ਕਿਸੇ ਘਰ ਦਾ ਹੋਣਾ ਹੈ, ਲੈ ਜਾ ਇਹਨੂੰ। ਕੁੱਲੀ ਬਾਹਰੋਂ ਹੀ, ਇਸੇ ਨੰਬਰ ਦਾ ਜੀ। ਉਹ ਇਹ ਕਹਿੰਦਾ ਚਲਿਆ ਜਾਂਦਾ ਹੈ। ਰਾਮ ਪਿਆਰੀ, ਇਸੇ ਨੰਬਰ ਦਾ? ਹੈਰਾਨੀ ਨਾਲ, ਸਾਡੇ ਕੌਣ ਆਉਣ ਵਾਲਾ ਹੈ? ਦਰਵਾਜ਼ਾ ਭੇੜ ਕੇ ਪਟੜੀ 'ਤੇ ਜਾ ਬੈਠਦੀ ਹੈ ਅਤੇ ਸਬਜ਼ੀ ਚੀਰਨ ਲੱਗ ਜਾਂਦੀ ਹੈ। ਛੇਤੀ ਹੀ ਦਰਵਾਜ਼ਾ ਖੜਕਦਾ। ਰਾਮ ਪਿਆਰੀ ਮੁੜ ਕੇ ਵੇਖਦੀ ਹੈ। ਮਦਨ ਲਾਲ ਦਰਵਾਜ਼ੇ ਵਿੱਚੋਂ ਹੌਲੀ ਜਿਹੀ ਸਿਰ ਕੱਢ ਕੇ ਅੰਦਰ ਝਾਕਦਾ ਹੈ ਮਤਲਬ ਅੰਦਰ ਦੇਖਦਾ ਹੈ। ਰਾਮ ਪਿਆਰੀ, ਕੌਣ? ਮਦਨ ਅੰਦਰ ਵੜ ਕੇ, ਮੈਂ ਆ ਮਾਸੀ ਜੀ, ਨਮਸਤੇ। ਰਾਮ ਪਿਆਰੀ ਉਸਨੂੰ ਵੇਖ ਕੇ ਪਛਾਣਦੀ ਰਹਿ ਜਾਂਦੀ ਹੈ। ਮਦਨ ਦਾ ਹੂਲੀਆ ਕੁਝ ਵਿਗੜਿਆ ਜਿਹਾ ਹੈ। ਤੇੜ ਅੱਧ ਮੈਲਾ ਜਿਹਾ ਪਜਾਮਾ, ਕਮੀਜ਼ ਦਾ ਉਤਲਾ ਬਟਨ ਟੁੱਟਾ ਹੋਇਆ, ਕੋਟ ਵਿੱਚੋਂ ਪਿਆ ਲੱਭਦਾ ਹੈ। ਸਿਰ 'ਤੇ ਪਗੜੀ ਜਿਹੀ ਬਹੁਤ ਸਾਫ਼ ਨਹੀਂ ਜਾਪਦੀ। ਪੱਗ ਦੇ ਵਲਾਂ ਵਿੱਚੋਂ ਮੱਥੇ 'ਤੇ ਬੰਨੀ ਹੋਈ ਇੱਕ ਪੱਟੀ ਥੋੜ੍ਹੀ ਜਿਹੀ ਦਿਸਦੀ ਹੈ। ਚਿਹਰਾ ਫਿਕਰ ਚਿੰਤਾ ਦਾ ਮਾਰਿਆ ਹੋਇਆ, ਕਈ ਚਿਰਾਂ ਤੋਂ ਸ਼ੇਵ ਨਾ ਕਰਕੇ ਚਿਹਰਾ ਵਧੇਰੇ ਬੇਰੌਣਕਾਂ 'ਤੇ ਉਤਰਿਆ ਹੋਇਆ ਜਾਪਦਾ ਹੈ। ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਜਾਣਾ ਚਾਹੁੰਦੀ ਹੈ, ਪਰ ਮਦਨ ਆਪ ਹੀ ਹੁਣ ਬਰਾਂਡੇ ਵਿੱਚ ਆ ਗਿਆ ਹੈ। ਰਾਮ ਪਿਆਰੀ ਉਹਦੇ ਵੱਲ ਸਿਰ ਤੋਂ ਪੈਰਾਂ ਤੱਕ ਤੱਕਦੀ ਰਹਿ ਜਾਂਦੀ ਹੈ, ਜਿਵੇਂ ਪਛਾਣਿਆ ਹੀ ਨਹੀਂ ਹੁੰਦਾ। ਮਦਨ, ਮਾਸੀ ਮੈਂ ਆ, ਪਛਾਣਦੀ ਨਹੀਂ? ਮੈਂ ਮਦਨ। ਰਾਮ ਪਿਆਰੀ, ਤੂੰ ਮਦਨ? ਸਿਰ ਤੋਂ ਪੈਰਾਂ ਵੱਲ ਤੇ ਪੈਰਾਂ ਤੋਂ ਸਿਰ ਵੱਲ ਦੇਖਦੀ ਹੋਈ, ਤੂੰ ਮਦਨ? ਇਹ ਕੀ ਹਾਲ ਬਣਿਆ ਏ ਤੇਰਾ? ਆ ਬੈਠ, ਮੈਨੂੰ ਦੱਸ। ਉਹਨੂੰ ਫੜ ਕੇ ਕੁਰਸੀ ਵੱਲ ਲਿਆਉਂਦੀ ਹੈ। ਮਦਨ, ਦੱਸਣਾ ਆ ਮਾਸੀ, ਟਰੰਕੀ ਅੰਦਰ ਕਰ ਲਵਾਂ? ਟਰੰਕੀ ਨੂੰ ਚੁੱਕ ਕੇ ਅੰਦਰ ਲੈ ਜਾਂਦਾ ਹੈ। ਰਾਮ ਪਿਆਰੀ, ਹੇ ਭਗਵਾਨ! ਮਦਨ ਕਿੱਧਰੋਂ ਨਾ ਖੱਤ ਨਾ ਪੱਤਰ। ਮਦਨ ਬਾਹਰ ਨਿਕਲਦਾ ਹੋਇਆ, ਮਾਸੀ ਜੀ, ਜੇ ਮੈਂ ਲਿਖ ਸਕਦਾ ਤਾਂ ਲਿਖਦਾ। ਰਾਮ ਪਿਆਰੀ, ਪਿੱਛੋਂ ਘਰ ਸੁੱਖ ਸਾਂਦ ਹੈ? ਮਦਨ, ਹੋਣੀ ਏ, ਮੈਨੂੰ ਪਤਾ ਨਹੀਂ, ਮੈਨੂੰ 3-4 ਮਹੀਨਾ ਹੋਇਆ ਏ ਘਰੋਂ ਨਿਕਲਿਆ। ਤਾਂ ਮਦਨ ਮਾਸੀ ਨੂੰ ਆਪਣੀ ਨੂੰ ਰਾਮ ਪਿਆਰੀ ਨੂੰ ਹਾਲ ਸੁਣਾ ਰਿਹਾ। ਕੁਰਸੀ ਉੱਤੇ ਬੈਠ ਜਾਂਦਾ ਹੈ। ਰਾਮ ਪਿਆਰੀ, ਘਰੋਂ ਨਿਕਲਿਆ ਕਿਉਂ? ਕੀ ਹੋਇਆ ਹੈ? ਨਾਰਾਜ਼ ਹੋ ਕੇ ਨਿਕਲ ਆਇਆ ਹੈ? ਮਦਨ, ਤਕਦੀਰ ਮਾਸੀ, ਖੋਟੀ किस्मत, लम्मा सारा होका हूँ। मतलब लंबी सांस भर के वो ये सब बातें अपनी मासी को बता रहा है। राम प्यारी, जिमें कुछ दस ਤਾਂ ਸਹੀ, ਮੇਰੇ ਜੀ ਨੂੰ ਡੋਬ ਪੈਂਦੇ ਨੇ। ਜੀ ਨੂੰ ਡੋਬ ਪੈਂਦੇ ਨੇ ਭਾਵ ਉਹ ਕਹਿ ਰਹੀ ਹੈ ਕਿ ਮੇਰਾ ਮਨ ਘਬਰਾ ਰਿਹਾ ਹੈ। ਮਦਨ, ਦੱਸਣਾ ਆ ਮਾਸੀ, ਦੱਸਣਾ ਆ, ਮੈਨੂੰ ਦਮ ਲੈਣ ਦੇ ਮਾਸੀ। ਮਦਨ ਸਿਰ ਨੂੰ ਦੋਹਾਂ ਹੱਥਾਂ 'ਚ ਲੈ ਕੇ ਜਿਵੇਂ ਫਿਕਰਮੰਦ ਹੁੰਦਾ ਹੈ। ਰਾਮ ਪਿਆਰੀ ਉਹਦੇ ਵੱਲ ਵੇਖ ਕੇ ਤੇ ਘਬਰਾਈ ਹੋਈ ਆਵਾਜ਼, ਭਗਵਾਨ।
ਮਦਨ ਮਾਸੀ ਕੀ ਦੱਸਾਂ ਤੈਨੂੰ, ਜਿੱਦਾਂ ਸ਼ਿਕਾਰ ਪਿੱਛੇ ਕੁੱਤੇ ਪਏ ਹੋਣ ਤੇ ਉਹ ਹੌਂਕਦਾ ਤੇ ਲੁਕਦਾ ਫਿਰਦਾ, ਉਹ ਮੇਰਾ ਉਹ ਹਾਲ ਹੈ। ਰਾਮ ਪਿਆਰੀ, ਹਾਏ ਹਾਏ ਤੇਰੇ ਪਿੱਛੇ ਕੁੱਤੇ ਕਿੱਥੋਂ ਪੈ ਗਏ? ਮਦਨ ਦੁੱਖ ਭਰੀ ਆਵਾਜ਼ ਵਿੱਚ, ਮਾਸੀ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ, ਮੈਂ ਥਾਂ ਥਾਂ ਨੱਠਦਾ ਲੁਕਦਾ ਫਿਰਦਾ ਆਂ। ਅਰਮਾਨ ਭਰੇ ਲਹਿਜੇ ਵਿੱਚ, ਮਾਸੀ ਇੱਥੇ ਪੁਲਿਸ ਤਾਂ ਨਹੀਂ ਆ ਸਕਦੀ? ਨਹੀਂ ਨਾ ਆ ਸਕਦੀ। ਰਾਮ ਪਿਆਰੀ, ਲੈ ਪੁਲਿਸ ਨੇ ਇੱਥੇ ਖੇ ਖਾਣ ਆਉਣਾ ਹੈ? ਸਦਕੇ ਕੀਤੀ, ਘਬਰਾ ਨਾ ਘਬਰਾ, ਤੇਰੀ ਹਾਲਤ ਵੇਖ ਕੇ ਮੇਰਾ ਜੀ ਪਿਆ ਖੁਸਦਾ ਹੈ, ਮੈਨੂੰ ਸਾਰੀ ਗੱਲ ਦੱਸ। ਭਾਵ ਉਹ ਰਾਮ ਪਿਆਰੀ ਬਹੁਤ ਹੀ ਉਸਕੇ ਫਿਕਰਮੰਦ ਹੋਤੀ ਹੈ। ਮਦਨ, ਆਪਣੇ ਆਪ ਨਾਲ ਦੱਸਣਾ। ਅੰਦਰ ਚੱਲ ਕੇ ਰਾਮ ਪਿਆਰੀ, ਹੈ ਕਮਲਾ ਤੂੰ ਬੇਸ਼ੱਕ ਗੱਲ ਕਰ, ਇੱਥੇ ਕੋਈ ਨਹੀਂ ਆਉਂਦਾ। ਮਦਨ ਦਰਵਾਜ਼ੇ ਵੱਲ ਇਸ਼ਾਰਾ ਕਰਕੇ, ਖੁੱਲ੍ਹਾ। ਰਾਮ ਪਿਆਰੀ, ਮੈਂ ਕੁੰਡੀ ਲਾ ਦਿੰਦੀ ਹਾਂ। ਉੱਠ ਕੇ ਦਰਵਾਜ਼ਾ ਬੰਦ ਕਰਦੀ ਹੈ। ਲੈ ਹੁਣ ਕਾਹਦਾ ਫਿਕਰ ਹੈ ਦੱਸ ਮੈਨੂੰ, ਪਟੜੀ ਖਿਸਕਾ ਕੇ ਕੁਰਸੀ ਦੇ ਕੋਲ ਕਰ ਲੈਂਦੀ ਹੈ। ਮਦਨ ਰਾਜ਼ਦਾਰੀ ਲਹਿਜੇ ਵਿੱਚ, ਮਾਸੀ ਮੈਂ ਰੁਪਇਆ ਨਹੀਂ ਚੁੱਕਿਆ, ਮੈਂ ਚੋਰ ਨਹੀਂ, ਮੈਂ ਗਬਨ ਨਹੀਂ ਕੀਤਾ। ਰਾਮ ਪਿਆਰੀ, ਚੋਰੀ ਗਬਨ ਇਹ ਕੀ ਪਿਆ ਗੱਲਾਂ ਕਰਦਾ ਏ? ਮਦਨ, ਕਿਸਮਤ ਨੇ ਦਗਾ ਦਿੱਤਾ ਮਾਸੀ, ਮੇਰੇ ਨਾਲ ਦਾ ਕਲਰਕ ਭੂਸ਼ਣ, ਅਸੀਂ ਦੋਵੇਂ ਇੱਕ ਦਫ਼ਤਰ ਵਿੱਚ ਸਾਂ। ਰਾਮ ਪਿਆਰੀ, ਹਾਂ ਫਿਰ ਕੀ ਹੋਇਆ? ਮਦਨ, ਉਹਨੇ ਮੈਨੂੰ ਫੁਸਲਾਇਆ, ਮੇਰੀ ਅਕਲ 'ਤੇ ਪਰਦਾ ਪੈ ਗਿਆ, ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ। ਬੁੱਧੂ ਮੈਂ ਬੁੱਧੂ ਹਾਂ, ਉਹ ਰੁਪਇਆ ਲੈ ਕੇ ਉੱਡ ਗਿਆ। ਉਹ ਆਪਣੇ ਨਾਲ ਦੇ ਕਲਰਕ ਦੀ ਗੱਲ ਦੱਸਦਾ ਹੈ ਕਿ ਮੇਰੇ ਨਾਲ ਦਾ ਕਲਰਕ, ਉਸਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਾਰੇ ਰੁਪਏ ਲੈ ਕੇ ਉਹ ਚਲਾ ਗਿਆ। ਰਾਮ ਪਿਆਰੀ, ਫਿਰ ਤੈਨੂੰ ਕੀ, ਤੂੰ ਤਾਂ ਰੁਪਇਆ ਨਹੀਂ ਲਿਆ ਨਾ? ਮਦਨ, ਵੇਖਿਆ ਨਹੀਂ, ਕਹਿੰਦਾ ਸੀ ਅੱਧੋ ਅੱਧ ਦਿਆਂਗਾ, ਮੈਂ ਲਾਲਚ ਵਿੱਚ ਆ ਗਿਆ। ਰਾਮ ਪਿਆਰੀ, ਕਿੰਨਾ ਕੁ ਸੀ ਰੁਪਇਆ? ਮਦਨ, 48,000। ਰਾਮ ਪਿਆਰੀ, 48,000? ਹੇ ਰਾਮ, ਆਪੇ ਪੁਲਿਸ ਉਹਨੂੰ ਫੜੇਗੀ, ਤੈਨੂੰ ਕੀ? ਮਦਨ, ਉਹ ਤਾਂ ਫੜਿਆ ਗਿਆ ਹੈ। ਰਾਮ ਪਿਆਰੀ, ਬਸ ਫਿਰ ਤੂੰ ਕਿਉਂ ਨੱਠਦਾ ਫਿਰਦਾ ਹੈ, ਮਤਲਬ ਛੁਪਦਾ ਫਿਰ ਰਹਾ ਹੈ? ਆਪੇ ਸੱਚ ਨਿੱਤਰ ਜਾਏਗਾ, ਮਤਲਬ ਆਪਣੇ ਆਪ ਸੱਚ ਬਾਹਰ ਆ ਜਾਏਗਾ। ਮਦਨ, ਉਹਨੇ ਪੁਲਿਸ ਨੂੰ ਮੇਰੇ ਪਿੱਛੇ ਲਾ ਦਿੱਤਾ ਹੈ, ਕਹਿੰਦਾ ਹੈ ਰੁਪਇਆ ਮੇਰੇ ਕੋਲ ਹੈ। ਰਾਮ ਪਿਆਰੀ, ਪਰ ਤੂੰ ਲਿਆ ਹੀ ਨਹੀਂ, ਤੈਨੂੰ ਕਾਹਦਾ डर है। तो राम प्यारी उसने कह रही है कि जो तू रुपए लिए नहीं है तुमने, तो तुम्हें किस बात का डर है जब तुमने चोरी की नहीं है। मदन मासी मेरी किसे नहीं सुननी, किसे नहीं मननी। राम प्यारी तू एवें ना पिया घबरा। मदन पुलिस डंडिया नाल मेरे हड्ड भन सुट्टेगी, मैनू कुट कुट के बका लवेगी। राम प्यारी हाय हाय। मदन मेरे कोलों पुलिस की फंड नहीं झल्ली होनी, मैं मर जावांगा ओए मेरा रब्बा। राम प्यारी सुखी सांदी मरण तेरे वैरी, इत्थे पुलिस नहीं आ सकती, घबरा ना, चल अंदर हथ मूँह धो, ते हुणे तेरा वीरा दफ्तरों आउंदा है तां तुहानूं चाह बना के देनी आ। मदन अंदर चलिया जाता है। राम प्यारी फिर सब्जी चीरन लग पैंदी है। राम प्यारी खबरे की कर बैठा है मुंडा, जी भैणा साडे आ वड़िया है, लाज रखी भगवान। इस वेले हरिचंद जो डॉक्टर द्यों परत के आया है, परत के मतलब वापिस आ जाता है। दरवाज़ा कुंडी लगा वेख के काला पै के खड़काउंदा है, मतलब जल्दी जल्दी दरवाज़ा खड़का रहा है। दरवाज़ा जोर नाल खड़कन की आवाज़ सुन के राम प्यारी तरबक पैंदी है, भाव घबरा जाती है। अपने ख्याल विच उहनूं इंज जापिया जिवें पुलिस ने आ दरवाज़ा भन्निया है। राम प्यारी बैठी बैठी आप घर नहीं हैगे, जरा ठहर के आयो भाई। हरिचंद बाहरों ओ दरवाज़ा भी खोल ना, कुंडी क्यों चाड़ छड्डी। राम प्यारी आई जी आई, दौड़ के दरवाज़ा खोल दिए तो हरिचंद दवाई वाली सीसी हथ विच फड़ी अंदर आउंदा है। मैं जाता पुलिस वाले दरवाज़ा भन्नण डए होए ने। हरिचंद पुलिस वाले उन्हां दा की काम इत्थे आउण दा, बैठी बैठी ऊँघ पई है, कोई भैड़ा सुपना आ गया है कि? राम प्यारी बड़ी बिपता आ पई है, पर पहलों मैनू डॉक्टर की गल दस लो छेती छेती। हरिचंद ओ की विपता है? राम प्यारी क्यों की बीमारी दसी है? हरिचंद ओ कोई एक होवे तां दसां, उन्हें कोई 10 गणा दित्तियां ने। दिल की खराबी, खून की कमी, दिल की धड़कन, फेफड़े खराब, 12मासी जुकाम, गल की पैरों तो लैके सिर तिक्कर कोई थां नहीं जिथे बीमारी ना होवे। राम प्यारी हरे राम हरे राम। हरिचंद तैनू आख्या है ना पिछों जांदियां आवाज़ ना मारिया कर। राम प्यारी दवाई दित्ती है? हरिचंद शीशी विखा के ओ पीण लई, आ पुड़ियां फकणे लई, ओ गोलियां खाण लई ते 12 टीके। राम प्यारी हे राम इक्को बार 12? हरिचंद नहीं, हट हट के ते फिर भी आराम ना आया तो सारे दे सारे टैसट कराने पैणगे। उसनूं दसदा है कि मैनू डॉक्टर ने मेरे जो दवाई दित्ती है तो जो टैसट दसे हैं।
ਰਾਮ ਪਿਆਰੀ ਹੇ ਰਾਮ, ਹਰੀਚੰਦ ਖੂਨ ਦਾ ਟੈਸਟ, ਥੁੱਕ ਦਾ ਤੇ ਜਿਨ੍ਹਾਂ ਚੀਜ਼ਾਂ ਦਾ ਨਾਂ ਨਹੀਂ ਲੈਣਾ ਉਹਨਾਂ ਦਾ ਵੀ। ਫਿਰ ਜਿਗਰ ਦੀ ਫੋਟੋ, ਛਾਤੀ ਦੀ ਫੋਟੋ, ਅੱਖਾਂ ਵਿਖਾਓ, ਦੰਦ ਕਢਾਓ। ਤਾਂ ਇਹ ਸਭ ਉਸਨੂੰ ਦੱਸ ਰਿਹਾ ਹੈ ਕਿ ਮੈਨੂੰ ਇਹ ਸਭ ਟੈਸਟ ਕਰਵਾਉਣੇ ਪੈਣੇ ਨੇ ਜੇਕਰ ਮੈਂ ਠੀਕ ਨਾ ਹੋਇਆ ਤਾਂ। ਰਾਮ ਪਿਆਰੀ ਹੇ ਰਾਮ ਤੇ ਬਾਕੀ ਕੀ ਕਹਿ ਰਹਿ ਗਿਆ? ਹਰੀਚੰਦ ਬਾਕੀ ਰਹਿ ਗਿਆ ਪੋਸਟਮਾਰਟਮ। ਰਾਮ ਪਿਆਰੀ ਡਾਕਟਰਾਂ ਕਹੀ ਅੱਤ ਚੁੱਕੀ ਏ, ਨਵੇਂ ਤੋਂ ਨਵਾਂ ਭਰਮ ਪਾਉਂਦੇ ਨੇ, ਤੁਸੀਂ ਕਿਸੇ ਵੇਦ ਕੋਲ ਜਾਓ। ਹਰੀਚੰਦ ਵੇਦਾਂ ਦੀ ਗੱਲ ਵੀ ਕਹਿ ਰਹਿਣ ਦੇ, ਸਾਰੇ ਇੱਕੋ ਰੱਸੇ ਫਾਹੇ ਦੇਣ ਵਾਲੇ ਨੇ, ਇਹ ਤਾਂ ਰੋਲ ਕੇ ਮਾਰਦੇ ਨੇ, ਇਹਦੇ ਨਾਲੋਂ ਤਾਂ ਬੰਦਾ ਸ਼ਰਾਫਤ ਨਾਲ ਮਰ ਜਾਵੇ ਤਾਂ ਸੋ ਚੰਗਾ। ਰਾਮ ਪਿਆਰੀ ਹਾਏ ਹਾਏ ਛੱਡੋ ਪਰੇ ਇਹਨਾਂ ਵਿਸ਼ਵਾਸਾਂ ਨੂੰ ਤੇ ਮੇਰੀ ਗੱਲ ਸੁਣੋ, ਇੱਕ ਹੋਰ ਮੁਸੀਬਤ ਆ ਪਈ ਜੀ। ਹਰੀਚੰਦ ਅੱਗੇ ਮੁਸੀਬਤਾਂ ਕੋਈ ਘੱਟ ਸਨ? ਦੱਸ ਹੁਣ ਢਿੱਲ ਨਾ ਕਰ, ਭਾਵ ਹੁਣ ਦੇਰ ਨਾ ਕਰ, ਮੈਨੂੰ ਜਲਦੀ ਦੱਸ। ਰਾਮ ਪਿਆਰੀ ਤੁਸੀਂ ਧਿਆਨ ਨਾਲ ਸੁਣੋ ਤਾਂ ਦੱਸਾਂ। ਹਰੀਚੰਦ ਐਨਕ ਲਾ ਲਵਾਂ। ਰਾਮ ਪਿਆਰੀ ਮਦਨ ਆਇਆ ਹੋਇਆ ਹੈ, ਜਦੋਂ ਦਾ ਆਇਆ ਹੈ ਮੈਨੂੰ ਖੱਥੇ ਪਏ ਹੋਏ ਨੇ। ਹਰੀਚੰਦ ਮਦਨ ਕੌਣ? ਰਾਮ ਪਿਆਰੀ ਮੈਂ। ਹੈਂ ਭੁੱਲ ਗਏ ਹੋ? ਮੇਰਾ ਭਣੇਵਾਂ ਭੈਣ ਗਿਆਨੋ ਦਾ ਪੁੱਤਰ, ਬੁਰੀ ਹਾਲਤ ਆ ਵਿਚਾਰੇ ਦੀ। ਹਰੀਚੰਦ ਫਿਰ ਉਹਨੂੰ ਵੀ ਡਾਕਟਰ ਦੇ ਲੈ ਜਾਵਾਂ? ਨਹੀਂ ਤੇ ਖੈ ਇਹੋ ਦਵਾਈਆਂ ਵੰਡ ਕੇ ਖਾ ਲਵਾਂਗੇ। ਰਾਮ ਪਿਆਰੀ ਹਰੀਚੰਦ ਦੇ ਕੰਨ ਕੋਲ ਮੂੰਹ ਕਰਕੇ ਉਹਦੇ ਪਿੱਛੇ। ਹਰੀਚੰਦ ਗੱਲ ਟੁਕਦਿਆਂ ਹੋਇਆ ਅਜੇ ਮੈਂ ਬੋਲਾ ਨਹੀਂ ਹੋਇਆ ਭਾਵ ਉਹ कहता है कि मुझे सब सुनाई देता है। ਬੇਸ਼ੱਕ ਤੂੰ ਪਰੇ ਹੋ ਕੇ ਗੱਲ ਕਰ। ਰਾਮ ਪਿਆਰੀ ਰਾਜ਼ਦਾਰੀ ਨਾਲ ਉਹਦੇ ਪਿੱਛੇ ਪੁਲਿਸ ਲੱਗੀ ਹੋਈ ਹੈ, ਲੁਕਦਾ ਫਿਰਦਾ ਹੈ। मतलब वो उसको अपने पति को बता रही है। हरीचंद काला पै के ते तू किधर दी सियाणी है, ਉਹਨੂੰ ਘਰ ਵਾੜ ਲਿਆ मतलब अपने घर में रोक लिया। ਅੱਗੇ ਡਾਕਟਰ ਸਾਡੇ ਪਿੱਛੇ ਲੱਗੇ ਹੋਏ ਨੇ, ਜੇ ਹੁਣ ਪੁਲਿਸ ਵੀ ਲੱਗ ਗਈ ਤਾਂ ਉੱਕਾ ਹੀ ਸਫਾਇਆ ਸਮਝ। ਰਾਮ ਪਿਆਰੀ ਉਹਨੇ ਰਾਤ ਦੀ ਰਾਤ ਅਟਕਣਾ ਹੈ, ਸਵੇਰੇ ਤੋਰ ਦਿਆਂਗੇ मतलब भेज देंगे। मैं की करदी किसे मुकदमे विच फंस गया है। तो वो अपने पति को ये सारी बातें बता रही है। हरीचंद ਤੇ ਨਾਲ ਹੁਣ ਸਾਨੂੰ ਵੀ ਫਸਾਉਣਾ ਚਾਹੁੰਦਾ। ਸ਼ਾਬਾਸ਼ ਏ ਤੇਰਾ ਵੀ ਮਾਂ ਦੀ ਬੱਚੀਏ। ਰਾਮ ਪਿਆਰੀ ਕਿਸੇ ਵੇਲੇ 7 ਬਗਾਨੇ ਨੂੰ ਵੀ ਲੁਕਾਉਣਾ ਪੈਂਦਾ ਹੈ, ਇਹ ਤਾਂ ਫੇਰ ਆਪਣਾ। ਨਾਲੇ ਵੇਖਣਾ ਕਿਸ਼ੋਰ ਨਾਲ ਗੱਲ ਨਾ ਕਰ ਦੇਣਾ ਕਿਤੇ, ਉਹ ਬੜਾ ਬੜਬੋਲਾ ਏ। ਹਰੀਚੰਦ ਉੱਠਦਾ ਏ, ਨਹੀਂ ਕਿਸ਼ੋਰ ਨਾਲ ਗੱਲ ਨਹੀਂ ਕਰਨੀ ਮੈਂ। ਮਦਨ ਕੋਲੋਂ ਪੁੱਛਾਂ ਹੋਇਆ ਕੀ ਏ? ਰਾਮ ਪਿਆਰੀ ਪਰ ਵੇਖਣਾ ਕੋਈ ਕੌੜੀ ਫਿੱਕੀ ਨਾ ਕਹਿਣਾ, ਵੇਲਾ ਟੱਪ ਜਾਂਦਾ ਪਰ ਗੱਲ ਨਹੀਂ ਭੁੱਲਦੀ, ਭਾਵ ਕੁਛ ਗਲਤ ਮਤ ਬੋਲ ਦੇਣਾ। हरीचंद सवेरे इनू चलता करो, चलता मतलब इसको भेज दो, साढ़े ते कृपा दृष्टि रखे। राम प्यारी हाय एडी उच्ची ना बोलो, हुण सुन लवेगा किते। हरीचंद अंदर चला जाता है। राम प्यारी हे राम भली करी, सरबत दा भला, किसे पिछे साडा निमाणियां दा भी भला। बाहरों किसे दे सुर विचों दोहे गाउण दी आवाज़ आउंदी है। आवाज़ माया मरी न मन मरा, मर गए शरीर, आशा तृष्णा ना मरे, कह गए संत कबीर। राम प्यारी ध्यान नाल सुनदी जापदी है, सिर चुक के बाहर वाल देखदी है। 2 साधु अंदर आउंदे हन, एक माड़ा सुकड़ा कींगड़ा जिहा मौन धारी, दूजा हट्टा कट्टा चुटमुट। मतलब एक तो जो होता है वो बिल्कुल पतला होता है और दूसरा होता है जो हट्टा कट्टा होता है। साधु कर भला हो भला, अंत भले दा भला। साधु अते वेड़े विच पौड़ियां कोल ही खड़े ने। राम प्यारी महाराज आ जाओ, अंदर आ जाओ, मैं मंजी डाह दिन्नी है। मंजी भाव चार पाई। उठ के मंजी डाउंदी है ते खेस विछाउंदी है। मौनधारी इशारे नाल नहीं साधु कल्याण हो माता, महाराज ने मौन व्रत धारण कर रखा है, मौन में धरती पर विराजते हैं, ऐसी ही इनकी प्रतिज्ञा है। तो वो बता रहे हैं जब वो उनके लिए चारपाई बिछाती है तो वो कहते हैं कि नहीं हम धरती पे ही बैठेंगे, पुंजे ही बैठांगे। राम प्यारी तुसी ता मंजी ते बैठो ना साधु। हरे नारायण माता, मैं तो इनके चरण धूड़ हूँ, धूड़ ही में बैठूंगा। साधु पुंजे बैठ जाते हैं। राम प्यारी अच्छा महाराज जिमें तुहाडी इच्छा, हुण तुसां भोजन करके ही जाना। साधु भुखे भाव के भोजन भुखे ना। राम प्यारी नहीं महाराज भोजन जरूर करना, मैं अख दे फोर विच बना दिन्नी आं, भाव बहुत जल्दी मैं बना दांगी, ज़्यादा टाइम नहीं लगावांगी। भाजी चीरी पई है, मतलब भाजी मतलब सब्जी।
मैंने काट के रखी है। मोहनधारी इशारे नाल दसदा है कि वो भोजन कर चुका है। साधु महात्मा को एक भगत निमाई ने दुध का भोजन करा दिया। राम प्यारी फिर महाराज मैं की सेवा करा, थोड़ा जिहा फल खा लो, मैं इदा नहीं जान देना। छेती नाल अंदर जाती है तो फल आदि लिया के साधु अगे रखती है। साधु अच्छा माता तेरा प्रेम है, एक केला छिल के खांदा है। साधु माता प्रेम को प्रेम मिलता है, हम लौटे जा रहे थे आश्रम को। महात्मा ने अंतर्दृष्टि से देखा, इस घर में क्लेश है। राम प्यारी क्लेश था महाराज बहुत है। साधु महात्मा क्लेश निवारने को आ गए। माता तरवर सरवर संत जन चौथे बरखा में परोपकार के कारणे चारों तारो थे। राम प्यारी महाराज उन्हों का शरीर बहुत डिग पे गया है, मतलब अपने पति के बारे में बता रही है कि वो बहुत कमज़ोर हो गए हैं। साधु सब ठीक हो जाएगा, महाराज की आशीर्वाद है। आज से 10वें रोज मौन व्रत खोलेंगे, उस समय जिस कारज का ध्यान करेंगे वो ही सिद्ध होगा। साधु की आवाज़ सुन के हरिचंद बाहर आता है, खंघदा कुर्सी ते बैठ जाता है, खंघदा है। साधु नारायण करे भगत कल्याण हो। हरिचंद मैं भगत नहीं बाबा। साधु तुम भगवान के भगत हो, भगवान के सच्चे भगत। तो हरिचंद व्यंगमई ढंग नाल हसदा होया, मैं भगत हाँ, हा हा हा। राम प्यारी वाल वेख के क्यों जी, है मेरी शक्ल भगतां वाली है ना। राम प्यारी साधुआं नाल मश्करी नहीं करीदी, भाव उन्हां नाल मजाक नहीं करीदा। हरिचंद अच्छा किशोर दे दफ्तरों आउण दा वेला है, नाले मदन भी आया होया है, उन्हां लई चाह पानी दा बंदोबस्त करो। राम प्यारी मैं अंगीठी वाल आवां। महाराज तुसां भी चाह दी कौली पी लैना, हुणे बन जाती है। अंदर जाती है। हरिचंद हाँ नाले याद रखना, अग्गों तो मैनू भगत जी आख्या करो। हाँ तो वो हंस रहा है। साधु भगत तुम्हारा मस्तक बता रहा है कि तुम प्रेमी सज्जन हो। मुखड़ा वेख जरी दर्पण में कि तुम्हारे चेहरे से हमें लग रहा है कि तुम बहुत ही सज्जन हो, अपना चेहरा जरा शीशे में देखो। हरिचंद एक हसरत भरे हो के नाल क्या शान जी इस मुखड़े की जवानी विच, कि मतलब क्या शान सी इस मुखड़े की जवानी की। जवानी के समय में मेरी बहुत शान थी, मेरे मुंह की, मेरे चेहरे की। साधु मुस्कुरांदा होया, पर छब्बी तो भगत अब भी। हरिचंद कट के हुण तां बाबा शीशा वेखदियां डर लगदा है। गल्लां ढिलक गईयां, बुल लटक गए। साधु पर नेत्र की ज्योति को देखो। हरिचंद ज्योति कित्थों बाबा, हुण धुंध जाला गुवार कहो, सिर तो पैरां तक इस चरखे की झूल ढिली हो गई है। और फिर बाद च हसन लगता है। साधु जे तो हम देख रहे हैं स्वास्थ्य ठीक नहीं है। मिक्सचर वाली शीशी वाल इशारा करके विलायती औषधि खाते हो। हरिचंद एक नहीं बाबा, कई गोलियां ते पुड़ियां विखा के ओ वेखो। साधु विलायती औषधि गर्म और खुश्क है, इससे लाभ नहीं होता। हरिचंद पर डॉक्टर नूं तां लाभ ही लाभ हुंदा है। साधु मौनधारी वाल इशारा करके महात्मा औषधि देंगे, काया पलट हो जाएगी, काया कलफ हो जाएगी। मौनधारी इशारे नाल तसल्ली दिवांदा है, यानी तकड़ा हो जाएगा शरीर, चेहरा चमक उठेगा। साधु नारायणगढ़ के ठाकुर साहिब के लिए बनाई थी। हरिचंद बाबा मैं तो दवाइयां खाण तो सत गया हाँ, मतलब थक गया हाँ दवाइयां खा। कौड़ियां कसेलियां बेसवाद मुँह बना के। साधु चिंता ना करो, केवल चावल मात्र खानी है, गऊ के माखन में प्रातःकाल। ये भस्म शरीर को कुंदन बना देगी भाव सोने वर्गा बना देगी। हरिचंद किते मैनू ही ना भस्म कर देवे, खैर उदा भी ठीक आ, ना शरीर रहेगा ना बीमारियां लगनियां, नित दी खंघदा होया कला तां मुक जावेगी। साधु परंतु भगत सब औषधियों से उत्तम एक औषधि है, 100 रोग का एक दारू। हरिचंद ने कन्न खड़े हो जाते हैं, वो ध्यान नाल सुनता है। हरिचंद बाबा ओ दारू दस। साधु ओ है दान करो। हरिचंद भला बाबा गरीब अपना पेट पाले, डॉक्टरां नूं पूजे जां दान करे। साधु भगत निश्चय जानो, चिड़ी चोंच भर ले गई, नदी न घट्यो नीर, दान दिए धन ना घटे, कह गए भगत कबीर। धन बड़ी उपाधि है। हरिचंद बाबा ये उपाधि बेशक मैनू दे दिओ। साधु भगत पापा बाज ना कट्ठी होवे ते मोया नाल ना जावे। हरिचंद मैनू नाल लिजाण दा लोभ नहीं बाबा, पर इत्थे तां जरा सौखा हो जावां। भाव वो कहते कि धन नाल नहीं जाना, तो कहता है कि नहीं मेरे तां इत्थे भी मैं बहुत दुखी परेशान हाँ। पैसा ही रंग रूप है, पैसा ही माल है, पैसे बगैर आदमी चरखे की माल है। साधु ये ठीक है, परंतु धन तो होता है देने के लिए, ना कि दबा कर रखने के लिए। भगत महात्मा ने मौन व्रत खोलते समय
यज्ञ कराना नियत किया है। काशी जी से पंडित विद्वान पधारेंगे, साधु जन भोजन करेंगे, तुम्हारा कल्याण होगा। इस शुभ अवसर पर उदार हृदय से दान दो। इस वेले ਵਿਹੜੇ ਵਿੱਚ ਬਾਈਸਿਕਲ ਭਾਵ ਸਾਈਕਲ ਦੀ ਘੰਟੀ ਵੱਜਦੀ ਹੈ। ਕਿਸ਼ੋਰ ਬਾਈਸਿਕਲ ਨੂੰ ਤਾਲਾ ਲਾਉਂਦਾ ਹੈ। ਸਾਧੂਆਂ ਨੂੰ ਘਰ ਬੈਠੇ ਵੇਖ ਕੇ ਦਾਨ ਵਾਲੀ ਗੱਲ ਸੁਣ ਕੇ ਉਸਨੂੰ ਗੱਚ ਚੜ੍ਹ ਜਾਂਦਾ ਹੈ, ਭਾਵ ਉਸਨੂੰ ਰੋਹ ਚੜ੍ਹ ਜਾਂਦਾ, ਉਸਨੂੰ ਗੁੱਸਾ ਆ ਜਾਂਦਾ ਹੈ। ਕਿਸ਼ੋਰ ਗਰਮ ਹੋ ਕੇ ਪਿਤਾ ਜੀ ਸਾਧੂ ਕਲਿਆਣ ਹੋ ਬੇਟਾ। ਮੌਨਧਾਰੀ ਵੀ ਆਸ਼ੀਰਵਾਦ ਹੱਥਾਂ ਨਾਲ ਇਸ਼ਾਰੇ ਕਰਦਾ। ਹਰੀਚੰਦ ਨੂੰ ਸੁਪੁੱਤਰ ਹੈ ਆਪਕਾ ਭਗਤ। ਹਰੀਚੰਦ ਭਗਵਾਨ ਦਾ ਇਹ ਬਾਬਾ। ਸਾਧੂ ਬਹੁਤ ਭਾਗਵਾਨ ਹੈ, ਮਸਤਕ ਕੋ ਦੇਖੋ। ਕਿਸ਼ੋਰ ਕਚੀਚੀ ਵੱਟ ਕੇ ਭਾਵ ਬਹੁਤ ਗੁੱਸੇ ਨਾਲ, ਬਕ ਬਕ ਬੰਦ ਕਰ ਬਾਬਾ। ਹਰੀਚੰਦ ਨੂੰ ਪਿਤਾ ਜੀ ਫਿਰ ਉਹ ਗੱਲ ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ। ਉੱਠੋ ਬਾਬਾ, ਨਿਕਲੋ ਇੱਥੋਂ। ਭਾਵ ਕਿਸ਼ੋਰ ਚੰਦ ਨੂੰ ਬਹੁਤ ਗੁੱਸਾ ਆਉਂਦਾ ਅਤੇ ਉਹ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੋਂ ਨਿਕਲੋ। ਹਰੀ ਚੰਦ ਕਿਸ਼ੋਰ ਵਿਹਲੇ ਨਿਕੰਮੇ ਮੁਫਤ ਦਾ ਚੰਗਾ ਚੋਖਾ ਖਾ ਕੇ ਕਿੱਦਾਂ ਮਾਸ ਚੜ੍ਹਿਆ ਈ ਚੋਬਰ ਉੱਤੇ। ਪੰਡਤਾ ਸ਼ੇਰ ਆਟਾ ਪੀਹਣ ਦੇ ਲਾਇਕ ਹੈ ਇਹ ਚੁੱਟ-ਮੁੱਟ। ਹਰੀਚੰਦ ਕਿਸ਼ੋਰ ਪਿਤਾ ਜੀ ਤੁਸੀਂ ਸਮਝਦੇ ਨਹੀਂ, ਇਹ ਭੇਖੀ ਸਾਧੂ ਸੂਦੇ ਮੰਗਤੇ ਨਿਰੇ ਪਖੰਡੀ। साधु बड़े नरम लहजे च बेटा क्या कह रहे हो, बोली तो अनमोल है, जे कोई जाने बोल। हीरे तराजू तोल कर तब मुख बाहर खोल। हरीचंद झूम जाता है, वाह वाह महाराज धन हो। दुनिया सुनिया है किशोर, साधुआं नूं महाराज इस गल का गुस्सा ना करना। किशोर पिता जी तुसी तां बिल्कुल साधुआं नूं चलो निकलो इत्थों। साधु अच्छा बेटा उठन लगता है ते मौनधारी नूं भी इशारा करता है। हरीचंद नाले जोर नाल खंघदा है ते नाले हत्थां दे इशारे नाल साधुआं नूं रोकदा है। बाबा जी जाओ नहीं, भोजन करके जाना। साधु बेटा क्रोधवान है, हम जाते हैं, आए को आदर नहीं, नैनन नहीं स्नेह, तुलसी वहाँ ना जाइए, कंचन वर्षत में। राम प्यारी आउंदी है, राम प्यारी निमरता नहीं महाराज रोटी खा के जाना, मैं नहीं एवें जान देना। किशोर बीजी जान दिओ साधुआं नूं, तुसी जाओ। बाबा राम प्यारी नहीं मैं हत्थ जोड़दी हां महाराज, तुहाडी मिहनत करदी हां। साधु माता तेरे इस प्रेम के बंदे कैसे जाएं, तेरी इच्छा भगतनी तेरी इच्छा। हरीचंद ओ बाबा नाले मेरी औषधि जांदे कित्थे हो। साधु घबराओ नहीं भगत, औषधि हमारे पास है। मौनधारी झोली विचों एक बिल कढ़ के विखाउंदा है, ये वेखो जरूर देगा, परंतु महात्मा के यागियां में केवल 11 रुपए डाल देना। साधु ये लफ्ज लमका के कहता है, एक ही आशीर्वाद से। किशोर गुस्से नाल कंबदा है, पिता जी। इस वेले मौनधारी उच्ची उच्ची हूकदा है ते हत्थां नाल कुछ अजीब जिहे इशारे करदा है, जिसका जवाब साधु इशारियां विच ही दिंदा है। हरीचंद बाबा महात्मा जी की कहते ने। साधु कहते हैं कि कोई प्राणी इस घर में बहुत दुखी है। हरीचंद मैं जो हाँ, मेरे नालों दुखी कौन होना है, खंघदा है। मौनधारी इशारे नाल ओ ये नहीं कोई होर जीव है। साधु क्यों बेटा तुम्हें क्या क्लेश है। किशोर मैनू कोई क्लेश नहीं, इत्थों झटपट चलते जाओ। किशोर उनको बोलता है कि वो जब किशोर का बोलते हैं तो वो बोलता है कि मुझे कोई क्लेश नहीं, आप यहाँ से जल्दी से निकल जाओ। राम प्यारी काका मदन तू भी संतां दे दर्शन कर ले, तेरा दुख भी निवारनगे। इस वेले मदन अंदरों निकलदा है ते साधुआं दीयां गल्लां नाल प्रभावित होकर उहदी मत्थे दी पट्टी दिसदी है। किशोर ओ हो मदन तू इत्थे किस तरह। मदन मैं अजकल दौरे ते हाँ, सोचा कि लागों लंघदियां तुहानूं भी मिल जावां, बस रात दी रात। साधुआं दे विच कुछ इशारा। साधु बेटा कल्याण हो, तुम दुखी हो। मौनधारी दे इशारे। मदन बाबा दौरे विच सुख कित्थे। साधु सत है कलयुग में सब जीव दुखी है, नानक दुखिया सब संसार। किशोर इन्हां साधुआं क्या पखंड रचिया होया है। मदन 2-4 दोहे रट छड्डदे ने, लोकां नूं लुੱਟਦੇ फिरदे ने। ओ वेखो पिता जी वाल। साधु ठीक कहा बेटा, साधु नाम को कलंकित करने वाले भी हैं। किशोर ਇਹ ਸਾਧੂ ਘਰਾਂ ਵਿੱਚ ਆ ਕੇ ਜਨਾਨੀਆਂ ਤੋਂ ਭਾਵ ਔਰਤਾਂ ਤੋਂ, ਜੋ ਘਰਾਂ ਵਿੱਚ ਔਰਤਾਂ ਹੁੰਦੀਆਂ ਨੇ, ਜੇਵਰ ਅਤੇ ਹੋਰ ਕੀਮਤੀ ਸਮਾਨ ਠੱਗ ਕੇ ਲੈ ਜਾਂਦੇ ਹਨ। ਇਹ ਵਿਸ਼ਵਾਸਘਾਤੀ, ਇਹ ਵਿਵਚਾਰੀ। ਰਾਮ ਪਿਆਰੀ ਵਿਵਚਾਰੀ ਲਫ਼ਜ਼ ਸੁਣ ਕੇ ਚੌਂਕ ਉੱਠਦੀ ਹੈ। ਵੇ ਕਾਕਾ ਕੀ ਹੋ ਗਿਆ ਤੈਨੂੰ, ਬੋਲ ਕਬੋਲ ਨਾ ਮੂੰਹੋਂ ਕੱਢ। ਹਰੀਚੰਦ ਜਵਾਨ ਨੂੰ ਲਗਾਮ ਦੇ। ਕਿਸ਼ੋਰ ਪਿਤਾ ਜੀ ਕੀ ਕਹਿੰਦੇ ਹੋ, ਕੀ ਕਰਦੇ ਹੋ। ਮੈਂ ਅਖਬਾਰ ਵਿੱਚ ਪੜ੍ਹਿਆ ਹੈ 2 ਹਵਾਲਾਤੀ ਮੁਲਜ਼ਮ ਫਰਾਰ ਹੋਏ ਨੇ। ਇੱਕ ਦਾ ਤਾਂ ਹੋਲੀਆ ਤਾਂ ਬਿਲਕੁਲ ਇਸ ਚਟਮੁੱਟ ਨਾਲ ਮਿਲਦਾ ਹੈ, ਮੈਂ ਤੁਹਾਨੂੰ ਵਿਖਾਉਣਾ। ਉਹ ਅਖਬਾਰ ਲੈਣ ਲਈ ਅੰਦਰ ਜਾਂਦਾ ਹੈ। ਹਰੀਚੰਦ ਕਿਸ਼ੋਰ ਇਹ ਕੀ ਬੇਹੂਦਗੀ ਕਰਦਾ ਹੈ। राम प्यारी बाबा जी इस काके का कष्ट निवारण करो। साधु हाँ इधर आओ, हाथ दिखाओ।
देखूं तुम्हारी हस्त रेखा। तुम्हारी आयु क्या होगी? मदन 32। साधु हाँ, तो 32वें वर्ष तुम्हें सिर पर चोट आनी चाहिए। मदन चोट आई महाराज, सीढ़ियों से गिर पड़ा, माथे पर चोट आई। साधु वो एक ही बात है, तुम्हारा कष्ट दूर होने वाला है। मदन बाबा जी दौरे विच कष्ट ਤਾਂ ਜ਼ਰੂਰ ਹੁੰਦਾ ਹੈ। ਸਾਧੂ ਥੋੜਾ ਹੀ ਸਮਾਂ ਰਹਿ ਗਿਆ ਹੈ, ਦੌਰਾ ਵੀ ਸਮਾਪਤ ਹੋਣੇ ਵਾਲਾ ਹੈ। ਅੱਗੋਂ ਹੱਥ ਨੂੰ ਵੇਖ ਕੇ ਗੰਭੀਰਤਾ ਨਾਲ ਸਿਰ ਹਿਲਾ ਕੇ, तुम्हें कहीं से गुप्त धन भी प्राप्त होना चाहिए। मदन अजय तक कष्ट ही कष्ट है। साधु महात्मा को नमस्कार करो, बड़े करने वाले हैं, इनकी दया दृष्टि हो गई तो 9 निधि 12 सिद्धि हो जाएगी। मुस्कुरा के मदन बैठा बैठा मौनधारी वाल नमस्कार करता है, फिर मौनधारी वालों मूँह मोड़ के साधु वाल कर लेंदा है। मौनधारी कुछ इशारे करता है। राम प्यारी इस बच्चे ते दया करनी, बड़ा सीधा ते भोला है। इन्नी देर नूं किशोर अंदरों अखबार लैके निकलदा है। किशोर ए वेखो ए वेखो। साधु बेटा साधु संग मजाक अच्छा नहीं है। किशोर ए पत्तेबाजियां मेरे नाल नहीं चल सकदियां। हरीचंद बाबा जी दा दिमाग मत्थे नाल इशारा करके अजकल टिकाणे नहीं। साधु हसदा होया कोई बात नहीं, बच्चा है, चंचल वृत्ति है इसकी। किशोर ओ वेखो पिताजी अखबार पढ़दा है। हवालाती फरार, कद 5 फुट 7 इंच, रंग गंधमी, बाएं घुटने पर फोड़े का दाग। साधु नूं उठ होए, चौबे विखा जरा खब्बा गोडा। साधु नूं गोडा मतलब घुटना और खब्बा मतलब लैफ्ट। साधु नूं बाजू तो पकड़ के उठाने की कोशिश करता है। साधु भगत ये हमारा अपमान है। हरिचंद गुस्से नाल कड़क के, किशोर बहुत हो गया। साधु साधु की निंदा बड़ा अपराध है, इसका बड़ा दंड है। गुरु महाराज कहते हैं, संत का निंदक राजतेहीन, संत का निंदक दुखिया अधीन, संत का निंदक महा हत्यारा, संत का निंदक परमेश्वर मारा। राम प्यारी हे राम भै नाल कंबदी हुई। किशोर ये साधु नहीं बीजी, कोई महापखंडी है। हरिचंद किशोर बंद कर ये बक बक, साधु पापी दुष्ट। राम प्यारी खिमा करो महाराज, शुदाई हो गया ये छोकरा। किशोर तुसी सारे शुदाई हो गए हो, ये भगौड़ा मुजरम है। हरिचंद जवान संभाल। किशोर जवान संभाल। साधु कल्याण हो, भगत संत की महिमा कोई विरला जाने। किशोर टिचकरी ना भावुना ते तंज कस रहा है। हे संत की महिमा पुलिस पिछाणे, ओहो चलो थाने। साधु नहीं जाएंगे थाने, हम कोई चोर हैं, अपराधी हैं। किशोर नहीं जाएंगे, मैं पुलिस नूं इत्थे लियाउणा। साधु लाओ लाओ, हम पुलिस को जानते हैं, पुलिस हमको जानती है। किशोर हुणे तेरियां शेखियां निकल जाणियां सारियां। किशोर पुलिस लियाउण लई तैयार मालूम हुंदा है। मदन बहुत घबराहट विच, पुलिस। हरिचंद नहीं आएगी पुलिस मेरे घर। किशोर पिताजी जरूर आएगी, मैं चलिया हाँ, जान लगता है। तो हरिचंद उन्होंने जफ्फा मार के पकड़ लैंदा है, भाव हरिचंद अपने पुत्र नूं जान नहीं दिंदा। राम प्यारी पुलिस। हरिचंद किशोर नहीं। मदन घबराया होया, किशोर पापा। किशोर बाहर नूं नੱਠ जांदा है। मदन बहुत घबराहट विच, मासी मासड़ जी मैं चलिया। साधु जोर नाल मदन नूं पकड़ लैंदा है ते सज्जे हत्थ नाल ओहदी पट्टी अगे हो के खोल दिंदा है ते दाग नूं वेख लैंदा है। साधु हुण कित्थे जाना है बच्चू? मौनधारी नूं। इंस्पैक्टर साहिब ये शनाख्ती दाग मत्थे उत्ते। मदन 100 दिन चोर दा ते 1 दिन साध दा। मदन नੱਠਣ ਦੀ बेकार कोशिश करदा, पर साधु ने ਉਹਨੂੰ जकड़िया होया है। मौनधारी फुर्ती नाल झोली विचों रिवॉल्वर ताण के, खबरदार हिलो मत, दूजे हत्थ नाल अपनी नकली दाड़ी ला के सुट दिंदा है। ते मैं इंस्पैक्टर दीपचंद, हवालदार जाने ना पाए मुलजम। मदन करा के हाय रब्बा मैं मारिया गया ते पर्दा डिगदा है, भाव इकांगी पूरी हो जाती है। ਤਾਂ ਇਸ ਇਕਾਂਗੀ ਵਿੱਚ ਇੱਕ ਯਥਾਰਥਕ ਕਹਾਣੀ ਸਾਡੇ ਅੱਗੇ ਰੱਖੀ ਗਈ ਹੋਈ ਹੈ ਕਿ ਉਸ ਦੇ ਵਿੱਚ ਦੱਸਿਆ ਹੋਇਆ ਕਿ ਜਿਹੜਾ ਗਬਨ ਦਾ ਆਰੋਪੀ ਭਗੌੜਾ ਹੁੰਦਾ, ਉਸਨੂੰ ਫੜਨ ਲਈ ਪੁਲਿਸ ਵਾਲੇ ਸਾਧੂ ਦਾ ਭੇਸ ਧਾਰ ਕੇ ਉੱਥੇ ਆਉਂਦੇ ਹਨ। ਅਤੇ ਕਿਸ਼ੋਰ ਚੰਦ ਦਾ ਸਾਨੂੰ ਇੱਥੇ ਕਰੈਕਟਰ ਪਤਾ ਲੱਗਦਾ ਹੈ ਕਿ ਉਹ ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦਾ ਅਤੇ ਉਹਨਾਂ ਸਾਧੂਆਂ ਨੂੰ ਵੀ ਉਹ ਪਖੰਡੀ ਸਮਝਦਾ ਹੈ। ਤਾਂ ਹੁਣ ਅਸੀਂ ਇਸ ਦੇ ਸ਼ਬਦਾਂ ਦੇ ਅਰਥ ਕਰਦੇ ਹਾਂ। ਸ਼ਤਰੰਜ ਇੱਕ ਖੇਡ ਦਾ ਨਾਂ, ਗਬਨ ਖੁਰਦ ਬੁਰਦ ਕਰਨ ਵਾਲਾ, हड़प कर जाना भाव पैसे आदि खा जाना, दगा धोखा फरेब छल कपट, तृष्णा इच्छा खाहिश मतलब ख्वाहिश, उलीचना कुलंजना, बुक जा भांडे नाल पानी बाहर कढ़ना छिड़कना, दर्पण शीशा औषधि देसी दवाई, कुंदन सोना, दोहे एक छंद जिस दियां 2 सतरां हुंदियां हन, कष्ट दुख महिमा शोभा वडियाई उस्तत और शेखियां
फोकियां फड़ा मारनियां, वडियाई किसी की प्रशंसा करना। ਹੁਣ ਇਸ ਦੇ ਪ੍ਰਸ਼ਨ ਉੱਤਰ ਹਨ। ਹੇਠਾਂ ਦਿੱਤੇ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਸੁਖੀ ਸਾਂਦੀ ਤੇਰੇ ਵੈਰੀ, ਸੁਖੀ ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ, ਘਬਰਾ ਨਾ, ਚੱਲ ਅੰਦਰ, ਹੱਥ ਮੂੰਹ ਧੋ ਤੇ ਹੁਣੇ ਤੇਰਾ ਵੀਰਾ ਦਫ਼ਤਰੋਂ ਆਉਂਦਾ ਹੈ ਤਾਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ। ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਤਾਂ ਅਸੀਂ ਇਕਾਂਗੀ ਵਿੱਚ ਪੜ੍ਹਿਆ ਇਹ ਸ਼ਬਦ ਰਾਮ ਪਿਆਰੀ ਨੇ ਮਦਨ ਨੂੰ ਕਹੇ। ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ? ਉਹ ਉਸ ਨੂੰ ਇਹੀ ਦਿਲਾਸਾ ਦਿੰਦੀ ਹੈ ਕਿ ਉਹ ਘਬਰਾਵੇ ਨਾ, ਕਿਉਂਕਿ ਇੱਥੇ ਪੁਲਿਸ ਨਹੀਂ ਆ ਸਕਦੀ। ਵੀਰਾ ਕਿੱਥੋਂ ਆਉਣ ਵਾਲਾ ਹੈ ਤੇ ਉਸਦੇ ਆਉਣ 'ਤੇ ਕੀ ਬਣਾਉਣ ਦਾ ਵਿਚਾਰ ਹੈ? ਵੀਰਾ ਦਫ਼ਤਰੋਂ ਆਉਣ ਵਾਲਾ ਹੈ ਤੇ ਉਸਦੇ ਆਉਣ 'ਤੇ ਚਾਹ ਬਣਾਉਣ ਦਾ ਵਿਚਾਰ ਹੈ। ਕਚੀਚੀ ਵੱਟ ਕੇ ਬੱਕ ਬੰਦ ਕਰ ਬਾਬਾ ਹਰੀ ਚੰਦ ਨੂੰ। ਪਿਤਾ ਜੀ ਫੇਰ ਉਹ ਗੱਲਾਂ, ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ, ਉੱਠੋ ਬਾਬਾ, ਨਿਕਲੋ ਇੱਥੋਂ। ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਤਾਂ ਇਹ ਸ਼ਬਦ ਕਹੇ ਹਨ ਕਿਸ਼ੋਰ ਨੇ ਆਪਣੇ ਪਾਪਾ ਨੂੰ ਹਰੀ ਚੰਦ ਨੂੰ। ਪੁੱਤਰ ਪਿਤਾ ਨੂੰ ਕੀ ਸਮਝਾ ਚੁੱਕਾ ਹੈ? ਉਹ ਉਹਨਾਂ ਨੂੰ ਸਮਝਾ ਚੁੱਕਾ ਹੈ ਕਿ ਉਹ ਅਜਿਹੇ ਪਖੰਡੀਆਂ ਨੂੰ ਆਪਣੇ ਘਰੇ ਨਾ ਵਾੜਿਆ ਕਰਨ। ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ? ਉਹਨਾਂ ਨੂੰ ਘਰੋਂ ਨਿਕਲਣ ਲਈ ਕਿਹਾ ਗਿਆ ਹੈ। ਅੱਗੇ ਹੈ ਫੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ ਖਬਰਦਾਰ ਹਿੱਲੋ ਮਤ, ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ। ਮੈਂ ਇੰਸਪੈਕਟਰ ਦੀਪਚੰਦ, ਹਵਾਲਦਾਰ, ਜਾਣੇ ਨਾ ਪਾਏ ਮੁਲਜ਼ਮ। ਇਹ ਵਾਰਤਾਲਾਪ ਅਨੁਸਾਰ ਮਦਨ ਨੂੰ ਕਿਵੇਂ ਖਬਰਦਾਰ ਕੀਤਾ ਗਿਆ? ਉਸ ਨੂੰ ਰਿਵਾਲਵਰ ਕੱਢ ਕੇ ਖਬਰਦਾਰ ਕੀਤਾ ਗਿਆ। ਹਵਾਲਦਾਰ ਨੂੰ ਕੀ ਕਰਨ ਲਈ ਕਿਹਾ? ਉਸ ਨੂੰ ਖਬਰਦਾਰ ਕੀਤਾ ਗਿਆ, ਸਾਵਧਾਨ ਕੀਤਾ ਗਿਆ ਕਿ ਮੁਲਜ਼ਮ ਭੱਜ ਨਾ ਜਾਵੇ। ਜਾਣੇ ਨਾ ਪਾਏ ਮੁਲਜ਼ਮ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਤਾਂ ਇਹ ਸ਼ਬਦ ਇੰਸਪੈਕਟਰ ਦੀਪਚੰਦ ਨੇ ਹਵਲਦਾਰ ਨੂੰ ਕਹੇ। ਤਾਂ ਹੁਣ ਇਹ ਹੇਠ ਲਿਖੇ ਪਾਤਰਾਂ ਦਾ ਪਾਤਰ ਚਿੱਤਰਨ ਕਰਨਾ ਹਨ। ਰਾਮ ਪਿਆਰੀ, ਹਰੀ ਚੰਦ, ਮਦਨ ਲਾਲ, ਸਾਧੂ, ਮੋਹਨਧਾਰੀ, ਕਿਸ਼ੋਰ ਚੰਦ। ਇਸ ਵਿੱਚ ਅਸੀਂ ਇਹਨਾਂ ਦਾ ਪਾਤਰ ਚਿੱਤਰਨ ਕਰਨਾ ਹੈ। ਤਾਂ ਤੁਸੀਂ ਪਹਿਲਾਂ ਪੜ੍ਹਨਾ ਹੈ। ਜਿੰਨਾ ਤੱਕ ਤੁਹਾਨੂੰ ਇਹਦੇ ਕਰੈਕਟਰ ਨਹੀਂ ਪਤਾ ਲੱਗਣਗੇ ਤਾਂ ਪ੍ਰਸ਼ਨ ਉੱਤਰ ਯਾਦ ਨਹੀਂ ਹੋਣਗੇ। ਧੰਨਵਾਦ।